नई दिल्ली G20 लीडर्स समिट डिक्लेरेशन पर सहमति बनी है। ਹੈਲੋ ਸਤਿ ਸ਼੍ਰੀ ਅਕਾਲ ਵੈਲਕਮ ਟੂ ਗਿਆਨ ਹਟ। ਅੱਜ ਆਪਾਂ ਗੱਲ ਕਰਾਂਗੇ G20 ਦੇ ਬਾਰੇ ਜੋ ਕਿ ਹੁਣ ਹੋ ਚੁੱਕਿਆ ਹੈ G21। ਬਹੁਤ ਸਾਰੇ ਲੋਕਾਂ ਨੇ G20 ਦੇ ਬਾਰੇ ਸੁਣਿਆ ਤੇ ਜ਼ਰੂਰ ਹੋਣਾ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ G20 ਕੀ ਹੈ, ਕਿਵੇਂ ਬਣਿਆ, ਕਿਉਂ ਬਣਿਆ ਤੇ ਕਿਹੜੇ-ਕਿਹੜੇ ਦੇਸ਼ ਇਸ ਵਿੱਚ ਸ਼ਾਮਿਲ ਨੇ। G20 ਇਕਨੋਮਿਕ ਕ੍ਰਾਈਸਿਸ ਨੂੰ ਦੇਖਦੇ ਹੋਏ ਬਣਾਇਆ ਗਿਆ, ਸਪੈਸ਼ਲੀ ਸਾਊਥ ਏਸ਼ੀਆ ਦੇ ਇਕਨੋਮਿਕ ਕ੍ਰਾਈਸਿਸ ਨੂੰ ਦੇਖਦੇ ਹੋਏ। ਇਹ ਕ੍ਰਾਈਸਿਸ ਆਏ ਕਿਵੇਂ, ਚਲੋ ਇਹ ਤੁਹਾਨੂੰ ਦੱਸਦੇ ਹਾਂ। ਇਹ ਕ੍ਰਾਈਸਿਸ ਦੀ ਸ਼ੁਰੂਆਤ ਹੁੰਦੀ ਹੈ ਸਾਊਥ ਏਸ਼ੀਆ ਦੇ ਦੇਸ਼ ਇੰਡੋਨੇਸ਼ੀਆ ਵੱਲੋਂ। ਉਹ ਆਪਣੇ ਦੇਸ਼ ਵਿੱਚ ਫੋਰਨ ਕੰਪਨੀ ਦੀ ਇਨਵੈਸਟਮੈਂਟ ਕਰਵਾਉਣ ਲਈ ਆਪਣੇ ਦੇਸ਼ ਦੇ ਪੈਸੇ ਨੂੰ ਡਾਲਰ ਦੇ ਮੁਕਾਬਲੇ ਖੁਦ ਹੀ ਡੇਗ ਦਿੰਦੇ ਨੇ। ਮਤਲਬ ਕਿ ਜੇ $1 ਦੀ ਕੀਮਤ ਇੰਡੋਨੇਸ਼ੀਆ ਦੇ 80 ਰੁਪਏ ਦੇ ਬਰਾਬਰ ਹੈ ਤਾਂ ਉਹ ਇਹਨੂੰ ਹੋਰ ਡੇਗ ਕੇ 100 ਰੁਪਏ ਤੱਕ ਲੈ ਜਾਂਦੇ ਨੇ। ਇਸੇ ਤਰ੍ਹਾਂ ਹੀ ਏਸ਼ੀਆ ਦੀਆਂ ਹੋਰ ਵੀ ਕੰਟਰੀਜ਼ ਕਰਦੀਆਂ ਨੇ, ਪਰ ਇਹ ਤਰੀਕਾ ਉਲਟਾ ਪੈ ਜਾਂਦਾ ਹੈ। ਇਨਵੈਸਟਮੈਂਟ ਵਧਣ ਦੀ ਜਗ੍ਹਾ ਘਟ ਜਾਂਦੀ ਹੈ, ਜਿਸ ਨਾਲ ਸਾਊਥ ਏਸ਼ੀਆ 'ਚ ਇਕਨੋਮਿਕ ਕ੍ਰਾਈਸਿਸ ਆ ਜਾਂਦਾ ਹੈ ਤੇ ਫਿਰ ਬਾਅਦ ਵਿੱਚ ਵਰਲਡ ਬੈਂਕ ਵੱਲੋਂ ਉਹਨਾਂ ਦੀ ਹੈਲਪ ਕੀਤੀ ਜਾਂਦੀ ਹੈ ਤੇ ਅੱਗੇ ਤੋਂ ਇਸ ਤਰ੍ਹਾਂ ਦੇ ਕ੍ਰਾਈਸਿਸ ਨੂੰ ਰੋਕਣ ਲਈ G20 ਬਣਾਇਆ ਗਿਆ, ਮਤਲਬ ਗਰੁੱਪ ਆਫ 20, ਜਿਸ ਨੂੰ 1999 ਵਿੱਚ ਬਣਾਇਆ ਗਿਆ, ਜੋ ਕਿ 19 ਦੇਸ਼ਾਂ ਤੇ ਇੱਕ ਯੂਰਪੀਅਨ ਯੂਨੀਅਨ ਦਾ ਗਰੁੱਪ ਹੁੰਦਾ ਹੈ। ਹੁਣ ਇਸ ਦੇ ਵਿੱਚ ਇੱਕ ਹੋਰ ਅਫਰੀਕਨ ਯੂਨੀਅਨ ਵੀ ਐਡ ਹੋ ਗਿਆ ਤੇ ਇਹ ਹੋ ਚੁੱਕਿਆ G21। ਇਸ ਵਿੱਚ ਕਈ ਡਿਵੈਲਪ ਤੇ ਕਈ ਅੰਡਰ ਡਿਵੈਲਪ ਕੰਟਰੀਜ਼ ਹੁੰਦੀਆਂ, ਜਿਵੇਂ ਇੰਡੀਆ, USA, ਇੰਗਲੈਂਡ, ਆਸਟ੍ਰੇਲੀਆ, ਰਸ਼ੀਆ, ਮੈਕਸੀਕੋ, ਫਰਾਂਸ, ਇਟਲੀ, ਇੰਡੋਨੇਸ਼ੀਆ, ਅਰਜਨਟੀਨਾ, ਬ੍ਰਾਜ਼ੀਲ, ਸਾਊਥ ਅਫਰੀਕਾ, ਸਾਊਦੀ ਅਰਬ, ਕੈਨੇਡਾ, ਚਾਈਨਾ, ਜਰਮਨੀ, ਜਾਪਾਨ, ਟਰਕੀ, ਸਾਊਥ ਕੋਰੀਆ। ਤੇ G20 ਦਾ ਜੋ ਮੇਨ ਟਾਰਗੇਟ ਹੈ ਉਹ ਹੈ ਸਾਊਥ ਏਸ਼ੀਆ ਦੇ ਜੋ ਅੰਡਰ ਡਿਵੈਲਪ ਜਾਂ ਅਨਡਿਵੈਲਪ ਦੇਸ਼ ਨੇ ਉਹਨਾਂ ਨੂੰ ਇਕਨੋਮਿਕ ਕ੍ਰਾਈਸਿਸ ਤੋਂ ਬਚਾਉਣਾ ਜਾਂ ਉਹਨਾਂ ਨੂੰ ਇਕਨੋਮੀ ਰੇਜ਼ ਕਰਨ ਬਾਰੇ ਤਰੀਕੇ ਦੱਸਣੇ, ਕਿਉਂਕਿ ਵਰਲਡ ਦੀਆਂ ਜੋ ਨਾਰਥ ਕੰਟਰੀਜ਼ ਨੇ ਉਹ ਤਾਂ ਜ਼ਿਆਦਾਤਰ ਪਹਿਲਾਂ ਤੋਂ ਹੀ ਡਿਵੈਲਪ ਨੇ। ਇਸ ਵਾਰ G20 ਦਾ ਸਿਖਰ ਸੰਮੇਲਨ ਜਾਂ G20 ਸਮਿਟ ਨੂੰ ਹੈਡ ਇੰਡੀਆ ਵੱਲੋਂ ਕੀਤਾ ਗਿਆ, ਜੋ ਕਿ ਪਿਛਲੇ ਦਿਨੀ 8 ਤੋਂ 10 ਸਤੰਬਰ ਤੱਕ ਦਿੱਲੀ ਵਿੱਚ ਚੱਲਿਆ, ਜਿਸ ਵਿੱਚ ਇਹਨਾਂ 20 ਕੰਟਰੀ ਦੇ ਪ੍ਰੈਜ਼ੀਡੈਂਟ ਤੇ PM ਪਹੁੰਚੇ। G20 ਸਮਿਟ ਦੀ ਸ਼ੁਰੂਆਤ 2008 ਵਿੱਚ ਹੋਈ, ਬਲਕਿ ਇਹ ਬਣ ਚਾਹੇ 1999 ਵਿੱਚ ਗਿਆ ਸੀ, ਪਰ ਇਸ ਦਾ ਜੋ ਪਹਿਲਾ ਸਿਖਰ ਸੰਮੇਲਨ ਸੀ ਉਹ 2008 ਵਿੱਚ ਹੋਇਆ। ਇਸ ਤੋਂ ਪਹਿਲਾਂ ਸਿਰਫ ਇਕਨੋਮਿਕ ਮਿਨਿਸਟਰ ਤੇ ਸੈਂਟਰਲ ਬੈਂਕ ਗਵਰਨਰ ਹੀ ਇਹਨਾਂ ਦੇਸ਼ਾਂ ਦੀ ਮੀਟਿੰਗ ਕਰਦੇ ਸੀ, ਪਰ 2007 ਤੋਂ 8 'ਚ ਦੁਬਾਰਾ ਇਕਨੋਮਿਕ ਕ੍ਰਾਈਸਿਸ ਆਇਆ ਤੇ ਇਸ ਸਿਖਰ ਸੰਮੇਲਨ ਜਾਂ ਇਸ G20 ਸਮਿਟ ਦੀ ਸ਼ੁਰੂਆਤ ਹੋਈ ਤੇ ਇਸ ਸੰਮੇਲਨ ਦੀ ਸ਼ੁਰੂਆਤ ਅਮਰੀਕਾ ਵੱਲੋਂ ਕੀਤੀ ਗਈ। ਇਸ ਵਾਰ ਦਾ ਸੰਮੇਲਨ ਭਾਰਤ ਵਿੱਚ ਹੋਇਆ ਤੇ ਇਸ ਤੋਂ ਪਹਿਲਾਂ ਵਾਲਾ ਸੰਮੇਲਨ ਇੰਡੋਨੇਸ਼ੀਆ ਤੇ ਆਉਣ ਵਾਲਾ ਸੰਮੇਲਨ ਬ੍ਰਾਜ਼ੀਲ ਵਿੱਚ ਹੋਵੇਗਾ। ਤੇ ਆਓ ਆਪਾਂ ਹੁਣ ਇਸ ਦੇ ਰਿਲੇਟਡ ਕੁਝ ਫੈਕਟ ਵਾਲੀਆਂ ਗੱਲਾਂ ਵੀ ਤੁਹਾਨੂੰ ਦੱਸਦੇ ਹਾਂ। G20 ਦਾ ਕੋਈ ਵੀ ਹੈੱਡ ਆਫਿਸ ਨਹੀਂ ਹੈ। G20 ਲਗਭਗ 66% ਤੱਕ ਵਰਲਡ ਪੋਪੂਲੇਸ਼ਨ ਨੂੰ ਕਵਰ ਕਰਦਾ ਹੈ। G20 ਵਰਲਡ ਦੀ 85% GDP ਨੂੰ ਕਵਰ ਕਰਦਾ ਹੈ ਤੇ G20 ਹੀ ਵਰਲਡ ਦਾ 75% ਵਪਾਰ ਕਵਰ ਕਰਦਾ ਹੈ। ਤੇ G20 ਨੂੰ 5 ਗਰੁੱਪ 'ਚ ਵੰਡਿਆ ਗਿਆ ਹੈ, ਜਿਸ 'ਚ ਹਰ ਇੱਕ ਗਰੁੱਪ 'ਚ 4 ਕੰਟਰੀਜ਼ ਹੁੰਦੀਆਂ ਨੇ। ਇੰਡੀਆ ਗਰੁੱਪ ਨੰਬਰ 2 'ਚ ਹੈ, ਜਿਸ ਵਿੱਚ ਭਾਰਤ ਦੇ ਨਾਲ 3 ਦੇਸ਼ ਹੋਰ ਰਸ਼ੀਆ, ਸਾਊਥ ਅਫਰੀਕਾ ਤੇ ਟਰਕੀ ਹਨ। ਤੇ ਜਿਵੇਂ ਤੁਸੀਂ ਦੇਖਿਆ ਹੀ ਹੋਣਾ ਕਿ ਇਹਨਾਂ 20 ਦੇਸ਼ਾਂ ਤੋਂ ਇਲਾਵਾ ਹੋਰ ਵੀ ਕਈ ਦੇਸ਼ ਇਸ ਸੰਮੇਲਨ ਵਿੱਚ ਹਿੱਸਾ ਲੈਂਦੇ ਨੇ, ਜੋ ਕਿ ਗੈਸਟ ਦੇ ਤੌਰ ਤੇ ਬੁਲਾਏ ਜਾਂਦੇ ਨੇ, ਜਿਵੇਂ ਇਸ ਵਾਰ ਬੰਗਲਾਦੇਸ਼, ਸਪੇਨ, ਇਜਿਪਟ, ਸਿੰਗਾਪੁਰ ਵਗੈਰਾ ਆਏ। ਤੇ ਬਾਅਦ ਵਿੱਚ ਇਸ ਗਰੁੱਪ ਵਿੱਚ ਇਕਨੋਮਿਕ ਦੇ ਨਾਲ ਕਈ ਹੋਰ ਮੁੱਦੇ ਜਿਵੇਂ ਗਲੋਬਲ ਵਾਰਮਿੰਗ, ਟੈਰਰਿਜ਼ਮ, ਇਹਨਾਂ ਤੇ ਵੀ ਡਿਸਕਸ਼ਨ ਹੋਣ ਲੱਗਾ। ਤੇ ਇਸ ਸੰਮੇਲਨ ਦਾ ਇੱਕ ਏਜੰਡਾ ਰੱਖਿਆ ਜਾਂਦਾ ਹੈ, ਜਿਸ ਨੂੰ ਇਸ ਸੰਮੇਲਨ ਤੋਂ ਪਹਿਲਾਂ ਕਈ ਮੀਟਿੰਗ ਵਿੱਚ ਡਿਸਕਸ ਕੀਤਾ ਜਾਂਦਾ ਹੈ। ਤੇ ਇਸ ਸਮਿਟ ਦੇ ਏਜੰਡੇ ਜੋ ਡਿਸਕਸ ਕੀਤੇ ਗਏ ਉਹ ਹਨ ਇੰਡੀਆ, ਮਿਡਲ ਈਸਟ, ਯੂਰਪੀਅਨ ਯੂਨੀਅਨ, ਇਕਨੋਮਿਕ ਕੋਰੀਡੋਰ। ਤੇ ਇਸ ਵਿੱਚ ਗਲੋਬਲ ਬਾਇਓਫਿਊਲ ਅਲਾਇੰਸ ਵੀ ਬਣਾਇਆ ਗਿਆ, ਜਿਸ ਵਿੱਚ 9 ਕੰਟਰੀਜ਼ ਨੇ ਭਾਗ ਲਿਆ ਤੇ ਇਸ ਵਿੱਚ ਨਿਊ ਦਿੱਲੀ ਡਿਕਲੇਰੇਸ਼ਨ ਪਾਸ ਕੀਤਾ ਗਿਆ। ਤੇ ਇਸ ਸਮਿਟ ਦੇ ਬਾਰੇ ਆਪਣੇ ਦੇਸ਼ ਵਿੱਚ ਇਸ ਵਾਰ ਇੱਕ ਕੰਟਰੋਵਰਸੀ ਵੀ ਹੋਈ ਹੈ, ਜਿਵੇਂ ਕਿ ਅਕੋਰਡਿੰਗ ਟੂ ਰੂਲ ਸਮਿਟ ਵਿੱਚ ਆਪੋਜੀਸ਼ਨ ਪਾਰਟੀ ਦੇ ਲੀਡਰ ਨੂੰ ਵੀ ਸੱਦਾ ਦਿੱਤਾ ਜਾਂਦਾ ਹੈ, ਪਰ ਇਸ ਵਾਰ BJP ਗਵਰਨਮੈਂਟ ਵੱਲੋਂ ਕੋਈ ਵੀ ਆਪੋਜੀਸ਼ਨ ਲੀਡਰ ਨੂੰ ਨਹੀਂ ਬੁਲਾਇਆ ਗਿਆ, ਜਿਸ ਵਜ੍ਹਾ ਨਾਲ ਕਾਂਗਰਸ ਵੱਲੋਂ ਟਵੀਟ ਵੀ ਕੀਤਾ ਗਿਆ ਕਿ ਮੋਦੀ ਬਿਲੀਵ ਇਨ ਵਨ ਮੈਨ ਵਨ ਗਵਰਨਮੈਂਟ। ਤੇ ਲਾਸਟ ਤੇ ਇਸ ਪੂਰੇ G20 ਸਮਿਟ ਵਿੱਚ ਜੋ ਵਰਡ ਯੂਜ਼ ਕੀਤਾ ਗਿਆ ਸਮਿਟ, ਉਸ ਬਾਰੇ ਬਹੁਤ ਬੰਦਿਆਂ ਨੂੰ ਨਹੀਂ ਪਤਾ ਹੋਵੇਗਾ, ਉਹ ਤੁਹਾਨੂੰ ਦੱਸਦੇ ਹਾਂ। ਜਦੋਂ ਵੀ ਕਿਤੇ 2 ਜਾਂ 2 ਤੋਂ ਜ਼ਿਆਦਾ ਦੇਸ਼ਾਂ ਦੇ ਉੱਚ ਮੇਨ ਲਾਈਕ ਪ੍ਰੈਜ਼ੀਡੈਂਟ ਜਾਂ PM ਮਿਲਦੇ ਹਨ, ਆਪਸ 'ਚ ਮੀਟਿੰਗ ਕਰਦੇ ਹਨ, ਤਾਂ ਉਸ ਨੂੰ ਸਮਿਟ ਦਾ ਨਾਮ ਦਿੱਤਾ ਜਾਂਦਾ ਹੈ। ਤਾਂ ਦੋਸਤੋ ਇਹ ਸੀ ਆਪਣਾ ਅੱਜ ਦਾ ਟੌਪਿਕ G20, ਜੋ ਕਿ ਹੁਣ ਹੋ ਚੁੱਕਿਆ G21। ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਨੇ ਤਾਂ ਸਾਡੇ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ, ਸ਼ੇਅਰ ਕਰੋ। ਥੈਂਕ ਯੂ ਫਰੋਮ ਟੀਮ ਗਿਆਨ ਹਟ।